ਸਵਾਗਤ ਜੀ ਇੱਕ ਵਾਰ ਫਿਰ ਦੇਸੀ ਰੰਗ ਸ਼ੋਅ ਦੇ ਵਿੱਚ ਬਹੁਤ ਨਿੱਘਾ ਸਵਾਗਤ ਜੀ ਆਇਆਂ ਨੂੰ ਦੋਸਤੋ। ਤੇ ਬੁੱਧਵਾਰ ਨੂੰ ਗੱਲਬਾਤ ਕਰਦੇ ਹੁੰਦੇ ਆ ਸਮਾਰਟ ਇੰਟਰਨੈਸ਼ਨਲ ਇਮੀਗ੍ਰੇਸ਼ਨ ਕੈਨੇਡਾ ਤੋਂ ਮਨਜੀਤ ਮਾਹਲ ਸਾਹਿਬ ਸਟੂਡੀਓ ਵਿੱਚ ਆਉਂਦੇ ਹੁੰਦੇ ਆ। ਸੋ ਇਹਨਾਂ ਨਾਲ ਗੱਲਬਾਤ ਕਰਦੇ ਹੁੰਦੇ ਆ ਆਪਾਂ ਇਮੀਗ੍ਰੇਸ਼ਨ ਦੇ ਵਿੱਚ ਕੀ ਕੁਝ ਤਬਦੀਲੀਆਂ ਆ ਰਹੀਆਂ ਤੇ ਕਿਸ ਤਰ੍ਹਾਂ ਅਸੀਂ ਜਿਹੜੇ ਸਾਡੇ ਕੋਈ ਰਿਸ਼ਤੇਦਾਰ ਦੁਨੀਆ ਭਰ ਦੇ ਵਿੱਚ ਬੈਠੇ ਹੋਏ ਆ ਪੰਜਾਬ ਇੰਡੀਆ ਜਾਂ ਕਿਸੇ ਹੋਰ ਅਸੀਂ ਅਰਬ ਕੰਟਰੀ ਵਿੱਚ ਚਲੇ ਜਾਂਦੇ ਹਾਂ ਤੇ ਸਾਡਾ ਇੱਕ ਸੁਪਨਾ ਹੁੰਦਾ ਕਿ ਮੇਰੇ ਰਿਸ਼ਤੇਦਾਰ ਮੇਰੇ ਪਿਆਰੇ ਮੇਰੇ ਸੱਜਣ ਉਹ ਸਾਡੇ ਕੋਲੇ ਆ ਜਾਵੇ, ਅਸੀਂ ਇਕੱਠੇ ਹੋ ਜਾਈਏ। ਸੋ ਉਹ ਸਾਰੀਆਂ ਗੱਲਾਂ ਬਾਤਾਂ ਆਪਾਂ ਕਰਦੇ ਹੁੰਦੇ ਹਾਂ। ਸਭ ਤੋਂ ਪਹਿਲਾਂ ਜੀ ਆਇਆਂ ਨੂੰ ਆਖਾਂਗੇ ਮਨਜੀਤ ਮਾਹਲ ਸਾਹਿਬ ਦਾ। ਮਾਹਲ ਸਾਹਿਬ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਬਰਾੜ ਸਾਹਿਬ, ਤੁਹਾਨੂੰ ਤੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਤੇ ਸਾਡੀ ਸਮਾਰਟ ਇੰਟਰਨੈਸ਼ਨਲ ਇਮੀਗ੍ਰੇਸ਼ਨ ਦੀ ਪੂਰੀ ਟੀਮ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ ਜੀ। ਜੀ ਆਇਆਂ ਨੂੰ। ਮਾਹਲ ਸਾਹਿਬ ਇਮੀਗ੍ਰੇਸ਼ਨ ਆਪਣੇ ਭਾਈਚਾਰੇ ਨਾਲ ਮੈਂ ਪਹਿਲਾਂ ਵੀ ਵਿਸ਼ਾ ਕੀਤਾ ਹਾਂਜੀ ਕਿ ਆਪਣੇ ਵੱਡੇ ਇਸ਼ੂ ਪੰਜਾਬੀਆਂ ਦੇ ਹਾਂਜੀ ਜਿਹੜੇ ਹੁੰਦੇ ਆ ਨਾ, ਜਦੋਂ ਇਲੈਕਸ਼ਨ ਹੁੰਦੀ ਆ ਫੈਡਰਲ ਤੇ ਅਸੀਂ ਇੱਕ ਹੀ ਗੱਲ ਕਰਦੇ ਆ ਕਿ ਇਮੀਗ੍ਰੇਸ਼ਨ ਦਾ ਦੱਸੋ ਜੀ ਸਾਨੂੰ ਕੀ ਕੁਝ ਬਦਲਾਅ ਆਉਂਦੇ ਆ। ਕਿਉਂਕਿ ਜਿਸ ਤਰ੍ਹਾਂ ਹੁਣ ਇੰਟਰਨੈਸ਼ਨਲ ਸਟੂਡੈਂਟ ਆ ਰਹੇ ਆ ਜਾਂ ਵਰਕ ਪਰਮਿਟ ਤੇ ਆ ਰਹੇ ਆ ਹੈ ਨਾ ਜੀ, ਤੇ ਜਾਂ ਤੁਹਾਡਾ ਜਿਹੜਾ ਇੱਕ ਕਿਹੜਾ ਪ੍ਰੋਗਰਾਮ ਤੁਸੀਂ ਦੱਸਿਆ ਸੀ ਜੀ ਐਕਸਪ੍ਰੈਸ ਐਂਟਰੀ ਇੱਕ ਹੋਰ ਨਾਮ ਸੀਗਾ ਬੜਾ ਪੀਐਨਪੀ ਨਹੀਂ ਇੱਕ ਹੋਰ ਸੀਗਾ ਫੈਡਰਲ ਸਕਿੱਲ ਟ੍ਰੇਡ ਵਰਕਰ ਇੱਕ ਹੋਰ ਸੀ ਜਿਹੜੇ ਬਾਹਰੋਂ ਆਉਂਦੇ ਹੁੰਦੇ ਆ। ਚਲੋ ਅੱਗੇ ਕਰ ਲਾਂਗੇ ਹੈ ਨਾ। ਕਾਫੀ ਮਤਲਬ ਸਰਕਾਰ ਲੈ ਕੇ ਆਉਂਦੀ ਆ ਕਿ ਜਿਹੜੇ ਐਕਸਪ੍ਰੈਸ ਹੀ ਸੀ ਮਤਲਬ ਇੱਕ PR2 ਸਮਥਿੰਗ ਕੁਝ ਸੀਗਾ PR2 ਉਹ ਕੀ ਹੁੰਦਾ ਜੀ? ਉਹ ਹੈਗਾ ਵੀ ਜਿਵੇਂ ਇੱਥੇ ਜਿੰਨੇ ਵੀ ਭੈਣ ਭਰਾ ਆਪਣੇ ਜਾਂ ਬੱਚੇ ਟੈਂਪਰੇਰੀ ਰੈਜ਼ੀਡੈਂਟ ਹੁੰਦੇ ਨੇ। ਟੈਂਪਰੇਰੀ ਰੈਜ਼ੀਡੈਂਟ ਇੱਕ ਬ੍ਰੌਡ ਟਰਮ ਹੀ ਆ। ਜਿਵੇਂ ਹੁਣ ਕੌਣ ਆ ਜਾਂਦੇ ਟੈਂਪਰੇਰੀ ਰੈਜ਼ੀਡੈਂਟ ਦੇ ਵਿੱਚ ਵਿਜ਼ਟਰਸ ਨੇ ਜਿਹੜੇ, ਉਹ ਵੀ ਟੈਂਪਰੇਰੀ ਰੈਜ਼ੀਡੈਂਟ ਨੇ। ਸੁਪਰ ਵੀਜ਼ੇ ਵਾਲੇ ਜਿਹੜੇ ਪੇਰੈਂਟਸ ਆਉਂਦੇ ਉਹ ਵੀ ਟੈਂਪਰੇਰੀ ਰੈਜ਼ੀਡੈਂਟ ਨੇ। ਸਟੂਡੈਂਟ ਨੇ ਉਹ ਵੀ ਟੈਂਪਰੇਰੀ ਰੈਜ਼ੀਡੈਂਟ ਨੇ। ਵਰਕਰ ਨੇ ਜਿਹੜੇ ਸਟੂਡੈਂਟ ਤੋਂ ਬਾਅਦ ਵਰਕ ਪਰਮਿਟ ਮਿਲ ਜਾਂਦਾ ਉਹ ਵੀ ਟੈਂਪਰੇਰੀ ਰੈਜ਼ੀਡੈਂਟ ਨੇ। ਜਿਵੇਂ ਹੁਣ ਕੋਈ LMIA ਬੇਸਡ ਵਰਕ ਪਰਮਿਟ ਦੇ ਉੱਤੇ ਬਾਹਰੋਂ ਆਇਆ ਹੈ ਜਾਂ PNP ਬੇਸਡ ਵਰਕ ਪਰਮਿਟ ਦੇ ਉੱਤੇ ਬਾਹਰੋਂ ਆਇਆ ਹੈ ਜਾਂ ਇੱਥੇ ਆ ਕੇ ਉਹਨਾਂ ਨੇ ਜੌਬ ਆਫਰ ਮਿਲੀ ਜਾਂ PNP ਮਿਲੀ, ਉਹ ਵੀ ਟੈਂਪਰੇਰੀ ਰੈਜ਼ੀਡੈਂਟ ਹੀ ਨੇ। ਉਹਦੇ ਬੇਸ ਤੇ ਵਰਕ ਪਰਮਿਟ ਮਿਲਿਆ ਸੀ ਜਿਨ੍ਹਾਂ ਨੂੰ। ਸੋ ਪੀਪਲ ਹੂ ਆਰ ਨਾਟ ਪਰਮਾਨੈਂਟ ਰੈਜ਼ੀਡੈਂਟ ਔਰ ਕੈਨੇਡੀਅਨ ਸਿਟੀਜ਼ਨਸ ਆਲ ਆਰ ਕਾਲਡ ਟੈਂਪਰੇਰੀ ਰੈਜ਼ੀਡੈਂਟ। ਉਹ ਪਿਛਲੇ ਸਾਲ ਪ੍ਰੋਗਰਾਮ ਅਨਾਉਂਸ ਹੋਇਆ ਸੀਗਾ, ਉਦੋਂ ਵੀ ਜਿੰਨੇ ਵੀ TR2 ਉਹਦਾ ਨਾਂ ਹੀ ਇਹ ਰੱਖਿਆ ਗਿਆ ਸੀ TR2 PR ਮੀਨਸ ਜਿਹੜਾ ਸਟੂਡੈਂਟ ਪੜ੍ਹਾਈ ਕਰਕੇ ਹਟਿਆ ਅਜੇ ਜੌਬ ਕਰਦਾ ਸ਼ੁਰੂ ਹੀ ਕੀਤੀ ਆ ਉਹ ਵੀ ਐਲੀਜੀਬਲ ਸੀਗੇ। 40,000 ਦਾ ਕੋਟਾ ਉਹਦਾ ਸੀ ਐਪਲੀਕੇਸ਼ਨ ਕਰਨ ਲਈ। ਜਿਨ੍ਹਾਂ ਕੋਲੇ ਐਕਸਪੀਰੀਅੰਸ ਸੀ 1 ਈਅਰ ਦਾ ਆਫਟਰ ਗੈਟਿੰਗ, ਚਾਹੇ ਉਹ LMI ਤੋਂ ਬਾਅਦ ਵਰਕ ਪਰਮਿਟ ਤੇ ਹੋਇਆ ਵੈਸੇ ਐਕਸਪੀਰੀਅੰਸ, ਚਾਹੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਐਕਸਪੀਰੀਅੰਸ, ਇੱਕ ਲਿਸਟ ਰਿਲੀਜ਼ ਕੀਤੀ ਗਈ ਸੀ ਅਰਾਊਂਡ 50,000 ਦੀ, ਜਿਹਦੇ ਚੋਂ 30,000 ਡਿਫਰੈਂਟ ਕੈਟਾਗਰੀਜ਼ ਸੀ, 20,000 ਹੈਲਥ ਡਿਪਾਰਟਮੈਂਟ ਨਾਲ ਰਿਲੇਟਡ ਜਿਵੇਂ ਸੋਨੋਗ੍ਰਾਫਰ ਹੋ ਗਏ, ਪਰਸਨਲ ਸਪੋਰਟ ਵਰਕਰ ਹੋ ਗਏ, ਨਰਸ ਹੋ ਗਏ, ਡੈਂਟਿਸਟ ਹੋ ਗਏ ਜਾਂ ਮੈਡੀਕਲ ਫੀਲਡ ਦੇ ਵਿੱਚ ਜਿਨ੍ਹਾਂ ਕੋਲ ਐਕਸਪੀਰੀਅੰਸ ਸੀ ਜੀ ਉਹ ਐਲੀਜੀਬਲ ਸੀਗੇ। ਸੋ 40 ਤੇ 30 70 ਤੇ ਵੀ 90,000 ਲੋਕਾਂ ਨੂੰ ਐਂਡ ਉਹਨਾਂ ਦੀਆਂ ਫੈਮਲੀਜ਼ ਨੂੰ ਉਦੋਂ ਐਪਲੀਕੇਸ਼ਨ ਕਰਨ ਦੀ ਪਰਮਿਸ਼ਨ ਮਿਲੀ ਸੀਗੀ। ਮੋਸਟ ਆਫ ਦੈਮ ਜਿਹੜੇ 6 ਮਈ 2021 ਚ ਐਪਲੀਕੇਸ਼ਨਾਂ ਲਾਈਆਂ ਸੀ ਜਾਂ ਉਸ ਤੋਂ ਬਾਅਦ ਲਾਈਆਂ ਸੀ, ਮੋਸਟ ਆਫ ਦੈਮ ਗੋਟ ਪਰਮਾਨੈਂਟ ਰੈਜ਼ੀਡੈਂਸੀ। ਇਹਨਾਂ ਦਿਨਾਂ 'ਚ ਸਾਨੂੰ ਵੀ ਅਪਰਚੁਨਿਟੀ ਮਿਲੀ ਸੀ ਕਿ ਕਾਫੀ ਫਾਈਲਾਂ ਦੇ ਉੱਤੇ ਕੰਮ ਕਰਨ ਲਈ ਜੀ। ਸਾਡੇ ਵੀ ਮੋਰ ਦੈਨ 90% ਲੋਕ ਸੀਗੇ ਜਿਹੜੇ ਅਸੀਂ ਐਪਲੀਕੇਸ਼ਨਾਂ ਲਾਈਆਂ ਸੀਗੀਆਂ, ਆਲ ਗੋਟ PR। ਹਾਂ, ਕਿਸੇ ਦੇ ਬਾਇਓਮੈਟ੍ਰਿਕਸ ਹੋਏ ਨੇ, ਕਿਸੇ ਦੇ AOR ਇਸ਼ੂ ਹੋ ਗਿਆ, ਕਿਸੇ ਦਾ ਕੋਈ ਪੈਂਡਿੰਗ ਡਾਕੂਮੈਂਟ ਸੀਗਾ ਉਹ ਮੰਗ ਲਿਆ ਗਿਆ, ਕਿਸੇ ਦਾ ਕੋਈ ਐਕਸਪੀਰੀਅੰਸ ਲੈਟਰ ਮੰਗ ਲਿਆ ਗਿਆ ਵੀ ਆਰ ਯੂ ਸਟਿਲ ਵਰਕਿੰਗ ਦੇਅਰ, ਇਫ ਯੈਸ ਦੈਨ ਸੈਂਡ ਅਸ ਐਕਸਪੀਰੀਅੰਸ ਲੈਟਰ ਐਂਡ ਪੇ ਸਟਬਸ ਜੀ। ਸੋ ਗੱਲ ਕੀ ਵੀ ਕਿਸੇ ਨੇ ਵੀ ਉਦੋਂ ਐਪਲੀਕੇਸ਼ਨ ਲਾਈ ਸੀ ਉਹ ਮੋਸਟ ਆਫ ਦੈਮ ਗੋਟ ਪਰਮਾਨੈਂਟ ਰੈਜ਼ੀਡੈਂਸੀ। ਪਰ ਜੇ ਕਿਸੇ ਦਾ ਵੀ ਅਜੇ ਕੋਈ ਡਿਲੇ ਹੈ ਕਿਸੇ ਵਜ੍ਹਾ ਕਰਕੇ ਉਹ ਸਾਡੇ ਨਾਲ ਕੰਟੈਕਟ ਕਰਨਾ ਚਾਹੁੰਦਾ ਤਾਂ ਵੀ ਤੁਸੀਂ ਸਾਡੇ ਸਮਾਰਟ ਇੰਟਰਨੈਸ਼ਨਲ ਇਮੀਗ੍ਰੇਸ਼ਨ ਦੇ ਆਫਿਸ ਸਕਰੀਨ ਤੇ 3 ਨੰਬਰ ਵੀ ਆ ਰਹੇ ਨੇ। ਲੋਕੇਸ਼ਨ ਬੋਲ ਦਿੰਦਾ, 3 ਲੋਕੇਸ਼ਨਾਂ ਤੋਂ ਸਰਵ ਕਰਦੇ ਆ, ਬਰੈਂਪਟਨ, ਇਟੋਬੀਕੋ, ਸਕਾਰਬਰੋ। 3 ਲੋਕੇਸ਼ਨਾਂ ਦਾ ਨੰਬਰ ਇੱਕੋ ਹੀ ਆ। ਮੰਡੇ ਟੂ ਫਰਾਈਡੇ 10 to 6:30 ਆਫਿਸ ਓਪਨ ਹੁੰਦਾ, ਰੈਗੂਲਰ ਆਫਿਸ ਆਵਰਸ ਨੇ ਹੁਣ। ਐਂਡ ਸੈਟਰਡੇ 12 ਤੋਂ 5 ਓਪਨ ਹੁੰਦਾ। ਜਿਹਦੀ ਕੋਈ ਪ੍ਰੀਵੀਅਸ ਐਪਲੀਕੇਸ਼ਨ ਲੱਗੀ ਆ, ਡਿਲੇ ਆ ਕਿਸੇ ਵਜ੍ਹਾ ਕਰਕੇ, ਜਾਂ ਕੋਈ ਨਵੀਂ ਐਪਲੀਕੇਸ਼ਨ ਜਾਂ ਨਵੇਂ ਹੁਣ ਜਿਹੜੇ ਪ੍ਰੋਗਰਾਮ ਨਵੇਂ ਅਨਾਉਂਸ ਹੋ ਰਹੇ ਨੇ। ਹੁਣ ਪਿਛਲੇ ਦਿਨਾਂ 'ਚ ਆਪਾਂ ਦੇਖਿਆ ਵੀ ਨੌ ਕੋਡ ਦੇ ਵਿੱਚ ਵੀ ਚੇਂਜਸ ਆਉਣੀਆਂ ਨੇ, ਪਰ ਉਹ ਕਿਹੜੀਆਂ ਆਉਣੀਆਂ ਨੇ ਜਿੰਨੀ ਦੇਰ ਤੱਕ ਆਪਾਂ ਨੂੰ ਲਾਅ ਬਣ ਕੇ ਸਾਹਮਣੇ ਨਹੀਂ ਆ ਜਾਂਦਾ ਅਸੀਂ ਕਿਸੇ ਨੂੰ ਵੀ ਕੋਈ ਫੋਰਕਾਸਟ ਨਹੀਂ ਕਰ ਸਕਦੇ। ਬੜੇ ਲੋਕ ਫੋਰਕਾਸਟ ਕਰਦੇ ਨੇ, ਜਿਵੇਂ ਮੈਂ ਕਹਿਣਾ ਹੁੰਦਾ ਵੀ ਅੰਤਰਜਾਮੀ ਹੁੰਦੇ ਆ ਵੀ ਆ ਰਿਹਾ ਜਾਂ ਆ ਰਿਹਾ। ਜਦੋਂ ਤੱਕ ਨਹੀਂ ਆਉਂਦਾ ਉਦੋਂ ਤੱਕ ਨਾ ਹੀ ਆਪਾਂ ਕੋਈ ਇਨਸਟਰਕਸ਼ਨਸ
ਪੜ੍ਹੀਆਂ ਨੇ, ਨਾ ਹੀ ਆਪਾਂ ਕੋਈ ਅਪਡੇਟ ਦੇ ਸਕਦੇ ਹਾਂ ਕਿਸੇ ਨੂੰ, ਨਾ ਕਿਹੜੇ ਤਰੀਕੇ ਦੇ ਫਾਰਮ ਰੈਡੀ ਕਰਕੇ ਰੱਖਣੇ ਨੇ ਉਹ ਅਜੇ ਦੱਸ ਸਕਦੇ ਹਾਂ। ਸੋ ਐਸ ਸੂਨ ਐਜ਼ ਲਾਅ ਬਣ ਕੇ ਸਾਹਮਣੇ ਆ ਜਾਣਗੇ, ਹਾਂ ਜਿਹੜੇ ਐਗਜ਼ਿਸਟਿੰਗ ਲਾਜ਼ ਹੈਗੇ ਨੇ, ਜਿਵੇਂ ਹੁਣ ਜੁਲਾਈ ਦੇ ਵਿੱਚ ਐਕਸਪ੍ਰੈਸ ਐਂਟਰੀ ਸਾਰੇ ਤਰ੍ਹਾਂ ਦੀ ਜੀ, ਚਾਹੇ ਉਹ FSW ਮੀਨਸ ਆਊਟਸਾਈਡ ਕੰਟਰੀ ਤੋਂ ਐਕਸਪੀਰੀਅੰਸ ਹੋਲਡਰ ਪੀਪਲ ਸੀਗੇ, ਉਹਨਾਂ ਦੀ ਐਪਲੀਕੇਸ਼ਨ ਲੱਗੀ ਹੋਈ ਆ, ਜਾਂ ਲਾਉਣੀ ਚਾਹੁੰਦੇ ਹੋ, ਚਾਹੇ CEC ਦਾ ਐਕਸਪੀਰੀਅੰਸ ਆ ਜਿਨ੍ਹਾਂ ਕੋਲ ਕੈਨੇਡੀਅਨ ਐਕਸਪੀਰੀਅੰਸ ਕਲਾਸ 1 ਸਾਲ ਦਾ, ਉਹਨਾਂ ਦਾ ਵੀ ਹੁਣ ਅਪਰਚੁਨਿਟੀ ਆ ਜੂਨ ਦੇ ਵਿੱਚ, ਚਾਹੇ ਆਪਾਂ ਮਈ 'ਚ ਐਪਲੀਕੇਸ਼ਨਾਂ ਲਾ ਦਈਏ ਤਾਂ ਕਿ ਜੁਲਾਈ ਦੇ ਪਹਿਲੇ ਹਫਤੇ ਜਿਹੜੇ ਡਰਾ ਹੋਣੇ ਨੇ ਉਹਨਾਂ 'ਚ ਨੰਬਰ ਆ ਸਕੇ। ਇਸੇ ਤਰ੍ਹਾਂ ਜਿਵੇਂ ਕੁਝ PNPਆਂ ਪੌਜ਼ ਹੋਈਆਂ ਵੀ ਅਸੀਂ ਉਹਦੇ ਵਾਸਤੇ ਐਪਲੀਕੇਸ਼ਨ ਲਾਉਣੀ ਆ। ਫੈਡਰਲ ਸਕਿਲਡ ਵਰਕਰ ਦਾ ਪੀਪਲ ਹੂ ਆਰ ਟ੍ਰੇਡ ਵਰਕਰਸ, ਜਿਵੇਂ ਕਾਰਪੈਂਟਰ, ਪਲੰਬਰ, ਕੁੱਕ, ਸ਼ੈਫ, ਇਦਾਂ ਦੀ ਕਾਫੀ ਉਹਦੇ 'ਚ ਆਉਂਦੀ ਹੁੰਦੀ ਆ ਲਿਸਟ, ਤੇ ਉਹਦੇ 'ਚੋਂ ਐਕਸਪੀਰੀਅੰਸ ਹੈਗਾ ਤੁਸੀਂ ਉਹ 'ਚ ਐਪਲੀਕੇਸ਼ਨ ਲਵਾਉਣੀ ਆ, ਉਹਦੀ ਕੋਈ ਹੈਲਪ ਲੈਣੀ ਆ ਤਾਂ ਵੀ ਤੁਸੀਂ ਸਾਡੇ ਸਮਾਰਟ ਇੰਟਰਨੈਸ਼ਨਲ ਇਮੀਗ੍ਰੇਸ਼ਨ ਦੇ ਆਫਿਸ ਕੰਟੈਕਟ ਕਰ ਸਕਦੇ ਹੋ। ਨਾਲ ਦੀ ਨਾਲ ਜਿਵੇਂ ਹੁਣ ਦੇਖਾਂ ਵੀ ਇਹਨਾਂ ਦਿਨਾਂ 'ਚ ਸੈਸ਼ਨ ਸ਼ੁਰੂ ਹੋਣ ਲੱਗੇ ਨੇ। ਹਾਂਜੀ, ਇਹ ਆਪਾਂ ਨਾ ਅਗਲੀ ਗੱਲ ਵੀ ਨਾਲ ਦੀ ਨਾਲ ਹੀ ਕਰਾਂਗੇ ਹਾਂਜੀ ਇਮੀਗ੍ਰੇਸ਼ਨ ਦੀ, ਪਰ ਇੱਕ ਵਾਰੀ ਮੈਨੂੰ ਜ਼ਰੂਰ ਆਪਣੀਆਂ ਲੋਕੇਸ਼ਨਾਂ, ਤੁਹਾਡਾ ਟਾਈਮਿੰਗ ਤੇ ਫੋਨ ਨੰਬਰ, ਮੈਨੂੰ ਲੱਗਦਾ ਤੁਹਾਡਾ ਜੇ ਸੈੱਲ ਨੰਬਰ ਪਤਾ, ਆਫਿਸ ਦਾ ਫੋਨ ਨੰਬਰ ਵੀ ਦੱਸ ਦਿਓ ਜਿਹੜੇ ਇਸ ਟਾਈਮ ਆਪਾਂ ਨੂੰ ਦੇਖ ਰਹੇ ਤੁਹਾਨੂੰ ਜੇ ਗੱਲ ਕਰਨੀ ਹੋਵੇ ਉਹਨਾਂ ਨੇ। ਬਿਲਕੁਲ ਜੀ, ਆਫਿਸ ਦਾ ਨੰਬਰ 905 795 9999 905 795 8999। ਲੋਕੇਸ਼ਨਾਂ ਪਹਿਲਾਂ ਮੈਂ ਸਿਟੀ ਦੱਸੇ ਸੀ, ਪਰ ਮੈਂ ਐਗਜ਼ੈਕਟ ਯਾਨੀ ਬਰੈਂਪਟਨ ਦੇ ਵਿੱਚ ਜਿਹੜੀ ਲੋਕੇਸ਼ਨ ਆਪਣੀ ਜੀ 7900 ਹਰਨਟਾਰੀਓ ਸਟਰੀਟ, ਸਵੀਟ ਨੰਬਰ 204, ਹਾਈਵੇ 10 ਐਂਡ ਸਟੀਲ ਦੇ ਲਾਗੇ ਜਿਹੜਾ ਮੇਨ ਬੱਸ ਟਰਮੀਨਲ ਆ ਉਹਦੇ ਕੋਲੇ ਬਫਲੋ ਗਰੁੱਪ ਵਾਲੇ ਪਲਾਜ਼ੇ ਦੀ ਸੈਕੰਡ ਫਲੋਰ ਦੇ ਉੱਤੇ ਆਫਿਸ ਆ। ਕਈ ਵਾਰੀ ਉਸ ਪਲਾਜ਼ੇ ਦੇ ਵਿੱਚ ਆ ਕੇ ਵੀ ਬੜੇ ਭੈਣ ਭਰਾ ਫੋਨ ਕਰਨਗੇ ਵੀ ਕਿੱਥੇ ਆ, ਤੁਹਾਡਾ ਬੋਰਡ ਨਹੀਂ ਹੈ, ਕਿਉਂਕਿ ਉਸ ਕਾਰਪੋਰੇਸ਼ਨ ਦਾ ਇੱਕ ਲਾਅ ਹੀ ਆ ਕੰਡੋਮੀਨੀਅਮ ਕਾਰਪੋਰੇਸ਼ਨ ਦਾ, ਅਸੀਂ ਬੋਰਡ ਜਿਹੜੇ ਟਾਵਰ 'ਚ ਬੈਠੇ ਆ ਉਹ ਕੋਈ ਵੀ ਬੋਰਡ ਨਹੀਂ ਲਾ ਸਕਦਾ। ਓਕੇ, ਸੋ ਅੰਦਰ ਵੜ ਕੇ ਜਦੋਂ ਤੁਸੀਂ ਸਕਰੀਨ ਚੱਲਦੀ ਦੇਖਦੇ ਹੋ ਉੱਤੇ ਤੁਹਾਡਾ ਨਾਮ ਨਜ਼ਰ ਆਉਂਦਾ, ਪਰ ਤੁਸੀਂ 204 ਐਂਡ 207 ਯੂਨਿਟ ਨੰਬਰ ਚੜ੍ਹ ਕੇ ਸਮਾਰਟ ਇੰਟਰਨੈਸ਼ਨਲ ਇਮੀਗ੍ਰੇਸ਼ਨ 'ਚ ਪਹੁੰਚ ਜਾਣਾ, ਜਾਂ ਤੁਸੀਂ ਵੈਬਸਾਈਟ ਤੇ ਵੀ ਦੇਖ ਸਕਦੇ ਹੋ siiscanada.com। ਦੂਜੀ ਲੋਕੇਸ਼ਨ ਆਪਣੀ ਹੈਗੀ ਇਟੋਬੀਕੋ ਹਾਈਵੇ 27 ਐਂਡ ਫਿੰਚ ਦੇ ਲਾਗੇ, 19 ਵੁੱਡਬਾਈਨ ਡਾਊਨਸ ਬੁਲੇਵਰਡ, ਯੂਨਿਟ ਨੰਬਰ 216। ਇਹ ਵੀ ਬਿਲਕੁਲ ਸੈਕੰਡ ਫਲੋਰ ਦੇ ਉੱਤੇ ਚੜ੍ਹ ਕੇ ਕਾਰਨਰ ਯੂਨਿਟ ਆ। ਥਰਡ ਲੋਕੇਸ਼ਨ ਆਪਣੀ ਹੈਗੀ ਆ 2100 ਐਲਸਮੇਅਰ, ਯੂਨਿਟ ਨੰਬਰ 202, ਸਕਾਰਬਰੋ ਦੇ ਵਿੱਚ ਐਲਸਮੇਅਰ ਐਂਡ ਮਾਰਕਮ ਦਾ ਇੰਟਰਸੈਕਸ਼ਨ ਆ। ਤਿੰਨਾਂ ਲੋਕੇਸ਼ਨਾਂ ਦਾ ਇੱਕੋ ਹੀ ਆ ਨੰਬਰ 905 795 9999 905 795 8999। ਐਂਡ ਜਿਹੜੇ ਤੁਸੀਂ ਪੁੱਛਿਆ ਹੁਣ ਆਫਿਸ ਦੇ ਆਵਰਸ 10 ਤੋਂ 6:30 ਮੰਡੇ ਟੂ ਫਰਾਈਡੇ ਐਂਡ ਸੈਟਰਡੇ 12 ਤੋਂ 5। ਇਸ ਸਮੇਂ ਦੌਰਾਨ ਕੋਈ ਵੀ ਭੈਣ ਭਰਾ ਐਕਸਟੈਂਸ਼ਨ 101 ਨੰਬਰ ਪ੍ਰੈਸ ਕਰਕੇ ਅਪਾਇੰਟਮੈਂਟ ਬਣਾ ਸਕਦੇ ਹੋ। ਜੇ ਤੁਸੀਂ ਡਾਇਰੈਕਟ ਗੱਲ ਮੇਰੇ ਨਾਲ ਜਾਂ ਮਿਸਟਰ ਸੰਜੇ ਸ਼ਰਮਾ ਨਾਲ ਕਰਨੀ ਆ, ਮੇਰੀ ਐਕਸਟੈਂਸ਼ਨ 107 ਐਂਡ ਸੰਜੇ ਸ਼ਰਮਾ ਜੀ ਦੀ ਐਕਸਟੈਂਸ਼ਨ ਨੰਬਰ 210। ਅਪਾਇੰਟਮੈਂਟ ਬਣਾਉਣ ਲਈ ਐਕਸਟੈਂਸ਼ਨ ਨੰਬਰ 101। ਇੱਕ ਚੀਜ਼ ਭੁੱਲ ਗਈ, ਪੱਕਾ ਜਿਹੜਾ ਤੁਹਾਡਾ ਮੋਟੋ ਆ, ਹਾਂਜੀ ਭੁੱਲ ਗਏ, ਇਹ ਪਹਿਲੀ ਵਾਰ ਤੁਸੀਂ ਆਉਂਦੇ ਆ ਉਹਨੇ ਫੀਸ ਤੋਂ ਚਾਰਜ। ਹਾਂ, ਦੇਖੋ ਹਮੇਸ਼ਾ ਹੁੰਦਾ, ਬਹੁਤ ਸਾਰਿਆਂ ਦੀ ਕਾਲ ਆਉਂਦੀ ਹੁੰਦੀ ਆ ਪਹਿਲਾਂ ਵੀ ਕਿੰਨੀ ਕੰਸਲਟੈਂਸੀ ਫੀਸ ਆ, ਜਾਂ ਕਈ ਵਾਰੀ ਪਿਛਲੇ ਦਿਨਾਂ 'ਚ ਮੇਰੇ ਨਾਲ ਇਹ ਵੀ ਹੋਇਆ ਜਦੋਂ ਸਾਰਾ ਕੁਝ ਐਕਸਪਲੇਨ ਕਰਤਾ, ਐਵਰੀਥਿੰਗ ਐਟਲੀਸਟ ਮੋਰ ਦੈਨ 1 ਆਵਰ ਸਪੈਂਡ ਕੀਤਾ ਫੈਮਿਲੀ ਦੇ ਉੱਤੇ, ਉਹ ਮੱਲੋ ਮੱਲੇ ਵੀ ਹਾਂਜੀ ਤੁਸੀਂ ਫੀਸ ਲੈ ਲਓ। ਮੈਂ ਨਹੀਂ, ਵੀ ਸਾਡਾ ਜਿਹੜਾ ਮਾਟੋ ਹੀ ਹੈ ਵੀ ਫਸਟ ਕੰਸਲਟੈਂਸੀ ਆਲਵੇਜ਼ ਫ੍ਰੀ ਆ, ਵੀ ਡੋਂਟ ਚਾਰਜ ਐਨੀਥਿੰਗ। ਹਾਂ, ਜਦੋਂ ਤੁਸੀਂ ਮੁੜ ਕੇ ਆਉਂਦੇ ਹੋ ਸਮਝ ਕੇ ਚਲੇ ਗਏ ਹੋ, ਉਸ ਦਿਨ ਉਹਨਾਂ ਨੂੰ ਦੱਸ ਦਿੱਤਾ ਗਿਆ ਸੀ ਵੀ ਤੁਹਾਡਾ ਇਹ ਕੰਮ ਆ, ਅਸੀਂ ਇਹਦੀ ਫੀਸ ਇੰਨੀ ਲਵਾਂਗੇ, ਹੁਣ ਕੁਝ ਨਹੀਂ ਲੈਣਾ। ਉਸ ਤੋਂ ਬਾਅਦ ਹੁਣ ਮੈਨੂੰ ਪਤਾ ਵੀ ਉਸ ਫੈਮਿਲੀ ਨੇ ਆ ਹੀ ਜਾਣਾ ਹੈਗਾ, ਜਿਹੜੀ ਬਣਦੀ ਫੀਸ ਉਹ ਦੇ ਦੇਣੀ ਹੈ। ਜਿਹੜੇ 100-150 ਡਾਲਰ ਸਮਟਾਈਮਸ ਕੋਈ ਮੈਂ ਜਾਂ ਕੋਈ ਹੋਰ ਵੀ ਚਾਰਜ ਕਰਦਾ, ਅਗਲੇ ਨੂੰ ਕਿਸੇ ਨੂੰ ਚੰਗਾ ਲੱਗਦਾ, ਕਿਸੇ ਨੂੰ ਨਹੀਂ ਚੰਗਾ ਲੱਗਦਾ, ਪਰ ਸਾਡੀ ਕੰਪਨੀ ਫਸਟ ਕੰਸਲਟੈਂਸੀ ਦੀ ਕੋਈ ਫੀਸ ਨਹੀਂ ਚਾਰਜ ਕਰਦੀ ਜੀ। ਵੈਰੀ ਗੁੱਡ। ਸੋ ਸਕਰੀਨ ਤੇ ਨੰਬਰ ਆ ਰਹੇ, ਤੁਸੀਂ ਉਹਨਾਂ ਨੰਬਰਾਂ ਤੇ ਵੀ ਗੱਲਬਾਤ ਕਰ ਸਕਦੇ। 905 795 99 99 ਦੇ ਉੱਪਰ ਵੀ ਗੱਲਬਾਤ ਕੀਤੀ ਜਾ ਸਕਦੀ ਹੈ। ਮਨ ਸਾਹਿਬ, ਜਿਸ ਤਰ੍ਹਾਂ ਹੁਣ ਵੈਦਰ ਵੀ ਕਾਫੀ ਚੇਂਜ ਹੋ ਗਿਆ, ਛੁੱਟੀਆਂ ਜਵਾਕਾਂ ਨੂੰ ਸ਼ੁਰੂ ਹੋ ਜਾਣੀਆਂ, ਹਾਂਜੀ ਠੀਕ ਹੈ ਜੀ, ਇਸ ਤੋਂ ਬਾਅਦ ਨਵਾਂ ਸੈਸ਼ਨ ਸਟਾਰਟ ਹੋਣਾ ਹੈ, ਤੇ ਉਹ ਵੀ ਤਿਆਰੀਆਂ ਸ਼ੁਰੂ ਹੋ ਗਈਆਂ, ਜਾਂ ਮਤਲਬ ਇੰਡੀਆ ਤੋਂ ਜਿਹੜੇ ਇਸ ਟਾਈਮ ਆਪਾਂ ਨੂੰ ਕੋਈ ਦੇਖ ਰਹੇ ਆ, USA ਤੋਂ ਜਿੱਥੋਂ ਵੀ ਦੇਖ ਰਹੇ ਆ, ਹਾਂਜੀ, ਉਹ ਬੱਚੇ ਜਿਹੜੇ ਐਡਮਿਸ਼ਨ ਲੈਣੀ ਹੈ ਉਹ ਕਿਹੜਾ ਸਮਾਂ ਹੁੰਦਾ ਹੈ? ਹਾਂ ਬਿਲਕੁਲ ਜੀ, ਦਿਸ ਇਜ਼ ਦਾ ਰਾਈਟ ਟਾਈਮ। ਹੁਣ ਜਿਵੇਂ ਹੁਣ ਐਡਮਿਸ਼ਨਾਂ ਚੱਲ ਵੀ ਰਹੀਆਂ ਨੇ, ਅਸੀਂ ਐਪਲੀਕੇਸ਼ਨਾਂ ਤਾਂ ਮਾਰਚ ਅਪ੍ਰੈਲ ਤੋਂ ਸ਼ੁਰੂ ਕੀਤੀਆਂ ਹੋਈਆਂ ਨੇ। ਠੀਕ ਹੈ। ਕੁਝ ਬੱਚੇ ਸੀ ਜਿਹੜੇ ਮਈ ਸੈਸ਼ਨ 'ਚ ਆਉਣਾ ਚਾਹੁੰਦੇ ਸੀ, ਪਰ ਉਹ 'ਚ ਬਹੁਤ ਜਾਨੀ ਕੋਰਸਿਸ ਥੋੜੇ ਹੁੰਦੇ ਨੇ।
ਠੀਕ ਉਹ ਹੈ। ਆ ਵੀ ਗਏ ਨੇ ਐਂਡ ਦੇ ਆਰ ਹੈਪੀਲੀ ਸਟੱਡਿੰਗ। ਹੁਣ ਕੀ ਚੱਲਦਾ, ਹੁਣ ਸਤੰਬਰ ਸੈਸ਼ਨ ਵਾਸਤੇ ਅਸੀਂ ਐਪਲੀਕੇਸ਼ਨਾਂ ਜਿਹੜੀਆਂ ਕਿਸੇ ਦੀਆਂ ਆਫਰ ਲੈਟਰ ਆ ਗਈਆਂ ਨੇ, ਕਿਸੇ ਦੀਆਂ ਐਪਲੀਕੇਸ਼ਨ ਸਬਮਿਟ ਕਰਤੀਆਂ ਨੇ, ਉਹਦੇ ਵਾਸਤੇ ਵੀ ਕੀਤਾ ਹੋਇਆ। ਪਰ ਜੇ ਕਿਸੇ ਕਿਸੇ ਕਾਲਜ ਦੇ ਵਿੱਚ ਹੁਣ ਕੋਈ ਸੀਟ ਖਾਲੀ ਪਈ ਹੈ ਸਤੰਬਰ ਦੇ ਵਿੱਚ, ਜੀ ਸਮਟਾਈਮਸ ਕੀ ਹੁੰਦਾ ਵੀ ਅਗਲੇ ਦੀ ਜਿਹੜੀ ਰਿਕੁਆਇਰਮੈਂਟ ਆ, ਜੇ ਤਾਂ ਹੁਣ ਕੋਈ ਐਪਲੀਕੈਂਟ ਇਹ ਕਹਿੰਦਾ ਜੀ ਮੈਂ ਬਰੈਂਪਟਨ ਚ ਰਹਿਣਾ ਜਾਂ ਮੈਂ ਫਲਾਣੇ ਸ਼ਹਿਰ ਚ ਜਾਣਾ, ਕਿਉਂਕਿ ਜੀ। ਸਾਡੇ ਕੋਲੇ 20 ਤੋਂ ਜ਼ਿਆਦਾ ਕਾਲਜ ਨੇ ਜਿਨ੍ਹਾਂ ਨੂੰ ਅਸੀਂ ਡਾਇਰੈਕਟਲੀ ਰਿਪਰੈਜ਼ੈਂਟ ਕਰਦੇ ਹਾਂ ਮੇਨ ਸਟਰੀਮ ਦੇ। ਜੀ ਜੇ ਤਾਂ ਉਹ ਆਪਦੇ ਕੋਰਸ ਨਾਲ ਸਟਿਕ ਆ ਵੀ ਮੈਂ ਆਹ ਕੋਰਸ ਕਰਨਾ, ਡਜ਼ ਨਾਟ ਮੈਟਰ ਕਿਹੜਾ ਸਿਟੀ ਆ, ਫਿਰ ਤਾਂ ਹੁਣ ਵੀ ਓਪਰਚੁਨਿਟੀ ਹੈਗੀ ਆ। ਠੀਕ ਹੈ। ਜੇ ਅਗਲਾ ਸ਼ਹਿਰ ਨਾਲ ਸਟਿਕ ਆ ਤੇ ਕੋਰਸ ਨਾਲ ਵੀ ਸਟਿਕ ਆ ਵੀ ਮੈਂ ਰਹਿਣਾ ਵੀ ਮਿਸਿਸਾਗਾ ਜਾਂ ਬਰੈਂਪਟਨ ਦੇ ਵਿੱਚ ਆ, ਮੇਰਾ ਕੋਰਸ ਵੀ ਆ, ਫਿਰ ਹੋ ਸਕਦਾ ਉਹਨਾਂ ਦੀ ਅਸੀਂ ਉਹ ਚੁਆਇਸ ਜਾਂ ਇੱਛਾ ਪੂਰੀ ਨਾ ਕਰ ਸਕੀਏ। ਸੋ ਫਿਰ ਵੀ ਜੇ ਕਿਸੇ ਨੇ ਵੀ ਆਪਣਾ ਆਪਣਾ ਪ੍ਰੋਫਾਈਲ ਦੱਸ ਕੇ ਵੀ ਮੇਰੀ ਆਹ ਐਜੂਕੇਸ਼ਨ ਆ, ਮੇਰੇ ਇੰਨੇ ਆਰਟਸ ਚੋਂ ਸਕੋਰ ਸੀ, +2 ਕੀਤੀ ਹੋਈ ਆ ਨਾਨ ਮੈਡੀਕਲ ਸਟਰੀਮ ਜਾਂ ਮੈਡੀਕਲ ਸਟਰੀਮ ਜਾਂ ਆਰਟਸ ਦੇ ਵਿੱਚ ਆ, ਕਮਰਸ ਦੇ ਵਿੱਚ ਆ ਜਾਂ ਬੈਚਲਰ ਡਿਗਰੀ ਆ, ਸੋ ਉਹਨਾਂ ਦੀ ਪ੍ਰੀਵੀਅਸ ਐਜੂਕੇਸ਼ਨ, ਉਹਨਾਂ ਦੀ ਡਿਟੇਲ ਮਾਰਕ ਸਰਟੀਫਿਕੇਟ ਦੇਖ ਕੇ, ਉਹਨਾਂ ਦੇ ਆਰਟਸ ਚੋਂ ਸਕੋਰ ਕਿੰਨੇ ਸੀਗੇ ਉਹ ਦੇਖ ਕੇ ਉਹਨਾਂ ਨੂੰ ਇੱਕ ਵਾਰੀ ਬਣਦੀ ਸੁਜੈਸ਼ਨ ਦਿੱਤੀ ਜਾਊਗੀ ਵੀ ਤੁਸੀਂ ਇਹਨਾਂ ਕਾਲਜਾਂ ਦੇ ਵਿੱਚ ਇਸ ਕੋਰਸ ਦੇ ਵਿੱਚ ਆ ਸਕਦੇ ਹੋ। ਸੋ ਵੀ ਡੋਂਟ ਆਰਡਰ them ਵੀ ਹਾਂ ਤੁਸੀਂ ਐਚ ਹੀ ਆਓ ਜਾਂ ਉਹ ਚਾਹੋ, ਆਪਾਂ ਉਹਨਾਂ ਨੂੰ ਆਪਸ਼ਨ ਦੇ ਦਿੰਦੇ ਆ। ਜਿਹੜਾ ਬੱਚੇ ਦੀ ਚੋਇਸ ਦਾ ਕੋਰਸ ਜਾਂ ਕਾਲਜ ਹੁੰਦਾ ਫਿਰ ਉਹ 'ਚ ਹੋ ਜਾਂਦਾ ਹੀ ਐਡਮਿਸ਼ਨ ਉਹਨਾਂ ਦੀ, ਦੈਨ ਵੀ ਪ੍ਰੋਸੀਡ। ਯੂਜ਼ਲੀ ਕੀ ਹੁੰਦਾ, ਸਾਡੇ ਕੋਲੇ ਇਸ ਤਰੀਕੇ ਦੇ ਵੀ ਬੱਚੇ ਬਹੁਤ ਆਉਂਦੇ ਨੇ ਜਿਹੜੇ ਅਨਹੈਪੀ ਹੁੰਦੇ ਨੇ ਜੀ ਵੀ ਮਿਸਗਾਈਡ ਹੀ ਹੋਏ ਹੁੰਦੇ ਨੇ ਉਹ ਜਦੋਂ ਪਿੱਛੋਂ ਆਉਂਦੇ ਨੇ, ਹਨਾ। ਜੀ ਜਿਵੇਂ ਹੁਣ ਰੀਸੈਂਟਲੀ ਮੇਰੇ ਕੋਲੇ ਆਇਆ ਜੀ, ਮੈਂ ਪੀਟਰਬਰੋ ਗਿਆ, ਮੈਂ ਉੱਥੋਂ ਅਗਲੇ ਨੂੰ ਲੱਗਦਾ ਵੀ ਹਾਂ ਸੌਖਾ ਹੀ ਆ ਜਾਂ ਕੁਝ ਹੋਰ ਆ ਵੀ 150 ਕਿਲੋਮੀਟਰ ਕਰ ਲਾਂਗੇ ਕਮਿਊਟ, ਜਾਂ ਜਿਹੜੇ ਉਹਨਾਂ ਦੇ ਐਡਵਾਈਜ਼ਰ ਹੁੰਦੇ ਨੇ, ਸਲਾਹਕਾਰ ਹੁੰਦੇ ਆ, ਇੱਥੋਂ ਤੱਕ ਵੀ ਕਿਹਾ ਜਾਂਦਾ। ਜਿਵੇਂ ਹੁਣ ਈਵਨ ਕਿ ਬਹੁਤੇ ਲੋਕ ਤਾਂ ਮੌਂਟਰੀਅਲ ਦਾ ਵੀ ਕਹਿੰਦੇ ਜੀ ਤੁਸੀਂ ਅਪ ਡਾਊਨ ਕਰ ਸਕਦੇ ਹੋ, ਕੋਈ ਐਸੀ ਗੱਲ ਨਹੀਂ ਹੈਗੀ, ਇੱਥੋਂ ਅੱਛਾ। ਬਰੈਂਪਟਨ ਚੋਂ ਬੈਠੇ। ਕਿਉਂਕਿ ਉਹਨਾਂ ਨੂੰ ਪਤਾ ਨਹੀਂ ਐਕਚੁਅਲੀ, ਹਾਂ ਵੀ ਨਾ ਉਹਦਾ ਤਾਂ ਉਹ ਜਿਹੜੇ ਐਪਲੀਕੇਸ਼ਨ ਲਾਉਣ ਲਈ ਉਹਨਾਂ ਨੂੰ ਪਤਾ ਹੈਗਾ, ਤੇ ਨਾ ਹੀ ਜਿਹੜੇ ਦੂਸਰੇ ਆ ਉਹਨਾਂ ਨੂੰ ਐਂ ਲੱਗਦਾ ਵੀ ਬੜਾ ਸੌਖਾ ਹੋਊਗਾ। ਬੜਾ ਸੌਖਾ ਹੋਊਗਾ। ਹੂੰ। ਸੋ ਜ਼ਰੂਰ ਇੱਕ ਵਾਰੀ ਬਿਫੋਰ ਮੇਕਿੰਗ ਫਾਈਨਲ ਡਿਸੀਜਨ ਆਫ ਦਾ ਕਾਲਜ ਐਂਡ ਕੋਰਸ, ਇੱਕ ਵਾਰੀ ਜ਼ਰੂਰ ਸੈਕੰਡ ਓਪੀਨੀਅਨ ਜਾਂ ਕਿਸੇ ਦਾ ਵੀ ਐਕਸਪਰਟ ਓਪੀਨੀਅਨ ਲੈ ਲਓ, ਤਾਂ ਕਿ ਤੁਹਾਨੂੰ ਆ ਕੇ ਇੱਥੇ ਨਮੋਸ਼ੀ ਦਾ ਸਾਹਮਣਾ ਕਰਨਾ ਪਵੇ। ਜਿਵੇਂ ਪੀਟਰਬਰੋ ਦੀ ਗੱਲ ਕੀਤੀ, ਇੱਦਾਂ ਟਿਮਨਸ ਕੀ, ਲੰਡਨ ਕੀ, ਸਾਰਨੀਆ ਕੀ, ਵਿੰਜ਼ਰ ਕੀ, ਦੂਰ ਦੂਰ ਤੱਕ ਦਾਖਲੇ ਕਰਵਾਤੇ ਜਾਂ ਤਾਂ ਉੱਥੋਂ ਪਹਿਲਾਂ ਮੈਂਟਲੀ ਪ੍ਰਪੇਅਰ ਹੋ ਕੇ ਆਓ, ਬਿਲਕੁਲ ਸਹੀ। ਫਿਰ ਦੂਰ ਨੇੜੇ ਕੁਝ ਨਹੀਂ ਲੱਗਦਾ ਹੁੰਦਾ, ਹਨਾ। ਸੋ ਜੇ ਅਸੀਂ ਕੁਝ ਵੀ ਕਰਾਂਗੇ ਅਗਲੇ ਦਾ, ਉਹਨਾਂ ਨੂੰ ਪ੍ਰੋਪਰ ਗਾਈਡ ਕਰਕੇ ਦੱਸ ਕੇ ਵੀ ਆਹ ਕਾਲਜ ਆ, ਆਹ ਕੋਰਸ ਆ, ਆਹ ਸ਼ਹਿਰ ਆ, ਇਹਦੇ ਪ੍ਰੋਸਕੋਨਸ ਆਹ ਨੇ, ਉੱਥੇ ਫਾਇਦਾ ਆ ਹੋਊਗਾ, ਉੱਥੇ ਨੁਕਸਾਨ ਆ ਹੋਊਗਾ। ਜੇ ਨਹੀਂ ਦੱਸਿਆ ਫਿਰ ਅਸੀਂ ਗਲਤ ਆ, ਜੇ ਤੁਹਾਨੂੰ ਦੱਸਿਆ ਗਿਆ ਸੀ ਫਿਰ ਤੁਸੀਂ ਗਲਤ ਹੋ। ਸੋ ਪਰ ਫਿਰ ਵੀ ਜੇ ਕਿਸੇ ਨੂੰ ਅਨਹੈਪੀ ਆਪਣੇ ਕਾਲਜ ਜਾਂ ਕੋਰਸ ਤੋਂ ਦੂਰ ਦਰਾਡੇ ਲੱਗਦਾ, ਉਹਨਾਂ ਨੂੰ ਜਾਂ ਕੰਫਰਟੇਬਲ ਨਹੀਂ ਹੈ, ਜਾਂ ਉਹਨਾਂ ਦੀ ਫੈਮਲੀਜ਼ ਜਾਂ ਉਹਨਾਂ ਦੇ ਫਰੈਂਡਸ ਇੱਥੇ ਨੇੜੇ ਤੇੜੇ GTA 'ਚ ਬੈਠੇ ਨੇ, ਕਾਲਜ ਚੇਂਜ ਕਰਨਾ, ਕੋਰਸ ਚੇਂਜ ਕਰਨਾ ਅਗਰ ਅਸੀਂ ਕਰਨ ਵਾਲੇ ਹੋਵਾਂਗੇ, ਮੀਨਸ ਕਿਸੇ ਕਾਲਜ ਸੀਟ ਅਵੇਲੇਬਲ ਹੋਊਗੀ, ਡੈਫੀਨਿਟਲੀ ਉਹਨਾਂ ਦੀ ਹੈਲਪ ਕਰਾਂਗੇ। ਉਹਦੇ ਵਾਸਤੇ ਵੀ ਪਲੀਜ਼ ਕਾਲ ਟੂ ਦਾ ਸਮਾਰਟ ਇੰਟਰਨੈਸ਼ਨਲ ਇਮੀਗ੍ਰੇਸ਼ਨ ਸੋਲੂਸ਼ਨ। ਤੁਸੀਂ ਮੇਰੇ ਨਾਲ ਜਾਂ ਸੰਜੇ ਸ਼ਰਮਾ ਨਾਲ ਨੰਬਰ 905 795 9999 905 795 8999 ਐਕਸਟੈਂਸ਼ਨ 101 ਨੰਬਰ ਅਪਾਇੰਟਮੈਂਟ, ਐਕਸਟੈਂਸ਼ਨ ਨੰਬਰ 107 ਮੇਰੇ ਨਾਲ ਗੱਲ ਕਰਨ ਲਈ, ਐਕਸਟੈਂਸ਼ਨ ਨੰਬਰ 210 ਸੰਜੇ ਸ਼ਰਮਾ ਜੀ ਦੇ ਨਾਲ ਗੱਲ ਕਰਨ ਵਾਸਤੇ ਤੁਸੀਂ ਡਾਇਲ ਕਰ ਸਕਦੇ ਹੋ ਜੀ। ਹੋਰ ਵੀ ਮੈਂ ਤੁਹਾਨੂੰ ਸਵਾਲ ਕਰੂੰਗਾ, ਉਸ ਤੋਂ ਪਹਿਲਾਂ ਮਾਨ ਸਾਹਿਬ ਮੈਂ ਨਾ 2 ਸਵਾਲ ਕਰਨਾ ਚਾਹੁੰਦਾ, ਕਿਉਂਕਿ ਕੱਲ ਮੈਨੂੰ ਮੇਰੇ ਕਿਸੇ ਮਿੱਤਰ ਦੀ ਕਾਲ ਆਈ ਟਿਕਟਾਂ ਦੇ ਸੰਬੰਧ ਵਿੱਚ। ਅੱਛਾ ਜੀ। ਤੇ ਉਹ ਜਿਹੜੇ ਮੈਂ ਮੇਲ ਫੀਮੇਲ ਨਹੀਂ ਕਹੂੰਗਾ, ਇੱਕ ਸਟੂਡੈਂਟ ਬੱਚਾ ਇੱਥੇ ਆਇਆ ਸੀ। ਹਾਂਜੀ। ਸੋ ਉਹ ਮਤਲਬ ਆਪਣਾ ਜਿਹੜਾ ਕੋਰਸ ਆ 4-5 ਸਾਲ ਹੋ ਗਏ ਉਹਨਾਂ ਨੂੰ ਆ ਕੇ, ਉਹਨਾਂ ਨੇ ਆਪਣੀ ਸਟੱਡੀ ਉਹ ਕੰਪਲੀਟ ਹੀ ਨਹੀਂ ਕੀਤੀ। ਓਹੋ। ਓਵਰ ਮਤਲਬ ਇੱਥੇ ਸਟੇ ਕਰ ਰਿਹਾ, ਔਰ ਉਹ ਬੱਚੇ ਦੇ ਹਾਲਾਤ ਵੀ ਬੜੇ ਵਧੀਆ ਨੇ, ਹੈਨਾ। ਤੇ ਅੱਜ ਉਹ ਪਛਤਾ ਰਿਹਾ, ਪਛਤਾਉਂਦਾ ਬੰਦਾ ਇੱਕ ਟਾਈਮ ਹੁੰਦਾ, ਇੱਕ ਏਜ ਹੁੰਦੀ ਹੈ, ਜਾਂ ਮਤਲਬ ਤੁਹਾਡੀ ਕੰਪਨੀ ਹੁੰਦੀ ਹੈ ਕਈ ਵਾਰ ਕਿ ਉਹ ਤੁਹਾਨੂੰ ਪਤਾ ਨਹੀਂ ਲੱਗਦਾ, ਠੀਕ ਹੈ। ਇੱਕ ਤਾਂ ਮੈਨੂੰ ਇਹ ਦੱਸੋ ਕਿ ਕੀ ਉਹ ਮਤਲਬ ਜੇ ਉਹਨੂੰ 5 ਸਾਲ ਹੋ ਗਏ, ਉਹਨੇ ਪਹਿਲਾ 1 ਸਾਲ ਹੀ ਕੰਪਲੀਟ ਕੀਤਾ, ਅਗਲੇ ਜਿਹੜੇ ਸੀਗੇ ਵਰਕ ਪਰ ਉਹ ਕੁਝ ਨਹੀਂ ਉਹਨੂੰ ਮਿਲਿਆਗਾ, ਹਾਂਜੀ, ਉਹਦਾ ਕੋਈ ਫਿਊਚਰ ਹੈ? ਔਰ ਜੇ ਕੋਈ ਹਜੇ ਸ਼ੁਰੂਆਤ ਕਿਤੇ ਹੁੰਦੀ ਆ, ਹਾਂਜੀ, ਕੋਈ ਪੇਰੈਂਟਸ, ਕਿਉਂਕਿ ਇੱਥੇ ਨਾ ਮੈਨੂੰ ਲੱਗਦਾ ਪੇਰੈਂਟਸ ਘੱਟ ਹੁੰਦੇ ਆ ਜੀ, ਹੈ ਨਾ, ਕੋਈ ਰਿਸ਼ਤੇਦਾਰ ਆ, ਔਰ ਹਰ ਬੰਦਾ ਬਿਜ਼ੀ ਆ ਆਪਣੇ ਕੰਮ, ਕਿਸੇ ਕੋਲ ਸਮਾਂ ਨਹੀਂ ਹੈਗਾ। ਔਰ ਇਸ ਤਰ੍ਹਾਂ ਦੇ ਕੇਸ ਇੱਕ ਨਹੀਂ ਹੈਗੇ ਮਾਲ ਸਾਹਿਬ, ਕਾਫੀ ਕੇਸ ਹਨ, ਹਾਂਜੀ, ਹੈ ਨਾ।
ਕੀ ਉਹ ਤੁਹਾਨੂੰ ਇੱਕ ਵਾਰੀ ਕੁਝ ਵੀ ਡਿਸੀਜਨ ਲੈਣ ਤੋਂ ਪਹਿਲਾਂ, ਕਿਉਂਕਿ ਨਾ ਮੈਂਟਲੀ ਤੌਰ ਤੇ ਬੰਦੇ ਨੂੰ ਥੋੜਾ ਟਾਈਮ ਤਾਂ ਲੱਗਦਾ ਹੈਗਾ ਨਾ, ਉਸ ਤੋਂ ਬਾਅਦ ਉਹ ਤੋਂ ਸੂਤ ਨਹੀਂ ਆਉਂਦਾਗਾ, ਹਾਂਜੀ। ਉਹ ਖਰਾਬ ਹੁੰਦਾ ਈਵਨ ਕਿ ਇੱਕ ਮੁੰਡਾ ਸਿੰਗਰ ਸੀਗਾ ਕੈਂਬੀ ਸੈਮ ਸਮਥਿੰਗ, ਉਹਨੂੰ ਵੀ ਵਾਪਸ ਜਾਣਾ ਪਿਆ ਸੀ, ਡਿਪੋਰਟ ਕੀਤਾ ਸਟੂਡੈਂਟ ਸੀ ਨਾ। ਸੋ ਇਦਾਂ ਦੇ ਜਿਹੜੇ ਹਾਲਾਤਾਂ 'ਚ ਮਤਲਬ ਬੱਚੇ ਫਸ ਗਏ ਆ, ਕੋਈ ਉਹਨਾਂ ਦੀ ਹੈਲਪ ਹੋ ਸਕੇ, ਕਿਵੇਂ ਹੋ ਸਕਦੀ ਆ? ਬਿਲਕੁਲ ਬਰਾੜ ਸਾਹਿਬ, ਜਿਵੇਂ ਹੁਣ ਕਈ ਵਾਰੀ ਕੀ ਹੁੰਦਾ ਜਦੋਂ ਅਸੀਂ ਬਿਲਕੁਲ ਹੀ ਸਾਰੀਆਂ ਆਪਸ਼ਨਸ ਗਵਾ ਬੈਠਦੇ ਆ, ਫਿਰ ਸਾਡੇ ਵੀ ਵੱਸ 'ਚ ਨਹੀਂ ਰਹਿੰਦਾ ਹੁੰਦਾ ਜੀ। ਸੋ ਜੇ ਕਿਤੇ ਵੀ ਕੋਈ ਸਲਿੱਪ ਹੁੰਨੇ ਆ, ਆਪਾਂ ਤਿਲਕਦੇ ਆ ਕਿਸੇ ਗੱਲ ਤੋਂ, ਕੋਈ ਫੇਲ ਹੋ ਗਏ ਜਾਂ ਗ੍ਰੇਡ ਜ਼ਿਆਦਾ ਆ ਗਏ ਜਾਂ ਅਟੈਂਡੈਂਸ ਵਜ੍ਹਾ ਕਰਕੇ, ਜਾਂ ਪਿਛਲੇ ਦਿਨਾਂ 'ਚ ਕਰੋਨਾ 'ਚ ਮੈਂ ਦੇਖਿਆ ਆਨਲਾਈਨ ਕਲਾਸ ਵਗੈਰਾ ਲੱਗਦੀਆਂ ਸੀਗੀਆਂ, ਸਮ ਪੀਪਲ ਟੁੱਕ ਇਟ ਲਾਈਟਲੀ। ਹੁਣ ਮੇਰੇ ਇਦਾਂ ਦੇ ਵੀ ਧਿਆਨ 'ਚ ਆਈਆਂ ਨੇ ਕੁਝ ਗੱਲਾਂ ਵੀ, ਅਸੀਂ ਤਾਂ ਜੀ ਕਰੋਨਾ 'ਚ ਬੈਠੇ ਲੈਪਟਾਪ ਔਨ ਕਰਕੇ ਕੰਮ ਤੇ ਚਲੇ ਜਾਂਦੇ ਸੀ, ਜਾਂ ਸੌਂ ਜਾਂਦੇ ਸੀ, ਜਾਂ ਪਾਰਟੀ ਕਰਨ ਲੱਗ ਜਾਂਦੇ, ਮਤਲਬ ਇਸ ਤਰ੍ਹਾਂ ਦੀਆਂ ਵੀ ਕਾਫੀ ਚੀਜ਼ਾਂ ਹੋਈਆਂ। ਸਮਵਨ ਸੈਡ ਵੀ ਮੈਂ ਕਲਾਸ ਦੀ ਆਨਲਾਈਨ ਕੀਤੀ, ਲੈਪਟਾਪ ਔਨ ਕੀਤਾ ਵੀ ਹਾਂ ਮੈਂ ਬੈਠਾ, ਮੈਂ ਔਨ ਆ, ਮੈਂ ਲੌਗ ਇਨ ਆ, ਮੈਂ 4-4 ਘੰਟੇ ਗਰੋਸਰੀ ਨੂੰ ਚਲਾ ਜਾਂਦਾ ਸੀ ਤੁਰ ਕੇ, ਜਾਂ ਮੈਂ ਉਹ ਚਲਾ ਜਾਂਦਾ ਸੀ। ਜਦੋਂ ਹੁਣ ਟੀਚਰ ਦਾ ਕੀ ਕੰਮ ਆ, ਉਹਨੇ ਐਡਰੈਸ ਕਰਤਾ ਤੁਹਾਨੂੰ, ਹੈਨਾ, ਉਸ ਨੂੰ ਅਸੀਂ ਟਿਊਸ਼ਨ ਫੀਸਾਂ ਪੇ ਕੀਤੀਆਂ ਹੋਈਆਂ ਨੇ, 15 ਤੋਂ 20,000 ਡਾਲਰ ਡਿਪੈਂਡਿੰਗ ਅਪਨ ਕਿਹੜੇ ਕਾਲਜ ਦੇ ਵਿੱਚੋਂ ਤੁਸੀਂ। ਜੇ 2 ਸਾਲ ਦਾ ਪ੍ਰੋਗਰਾਮ ਆ ਤਾਂ ਐਟਲੀਸਟ 30-35,000 ਡਾਲਰ ਅਸੀਂ ਪੇ ਕਰਤਾ ਜੀ। ਉਹਨਾਂ ਨੇ ਤੋਂ ਲੈ ਲਿਆ, ਉਹ ਚਾਹੇ ਹਰਡ ਅਰਨਡ ਮਨੀ ਹੁੰਦਾ ਆਪਣਾ, ਚਾਹੇ ਆਪਣੇ ਪੇਰੈਂਟਸ ਨੇ ਸਾਡੇ ਤੇ ਲਾਇਆ। ਹੁਣ ਅਸੀਂ ਉਹਨੂੰ ਯੂਟਿਲਾਈਜ਼ ਕਰਨਾ, ਕਿਸ ਤਰੀਕੇ ਨਾਲ ਯੂਟਿਲਾਈਜ਼ ਕਰਨਾ ਜੀ। ਵੀ ਜੇ ਤਾਂ ਤੁਸੀਂ ਸਕਰੀਨ ਤੇ ਬੈਠੇ ਕੁਝ ਸਿੱਖ ਰਹੇ ਹੋ, ਤਾਂ ਕੱਲ ਨੂੰ ਉਹੀ ਚੀਜ਼ਾਂ ਪੇਪਰ 'ਚ ਆਉਂਦੀਆਂ ਨੇ। ਜ਼ਰੂਰੀ ਨਹੀਂ ਸਾਰੀਆਂ ਚੀਜ਼ਾਂ ਕਿਤਾਬਾਂ 'ਚ ਹੀ ਆਉਂਦੀਆਂ ਹੁੰਦੀਆਂ ਨੇ। ਸਮ ਜਿਹੜੀਆਂ ਆਪਾਂ ਦੁਨੀਆਦਾਰੀ 'ਚ ਸਿੱਖਦੇ ਆ, ਆਪਦੇ ਲੈਕਚਰ ਸੁਣਦੇ ਆ, ਜਾਂ ਟੀਚਰ ਸਾਨੂੰ ਦੱਸਦੇ ਨੇ, ਉਹ ਕੀ ਪਤਾ ਆਪਣੇ ਕਿਹੜੇ ਐਕਸਪੀਰੀਅੰਸ ਨਾਲ ਸ਼ੇਅਰ ਕਰ ਜਾਂਦੇ ਨੇ ਗੱਲਾਂ, ਤੇ ਕਈ ਵਾਰੀ ਉਹ ਇੰਨੀਆਂ ਕਿ ਇੰਪੋਰਟੈਂਟ ਹੁੰਦੀਆਂ ਨੇ ਵੀ ਉਹੀ ਪੇਪਰ 'ਚ ਆ ਜਾਂਦੀਆਂ ਹੁੰਦੀਆਂ ਨੇ, ਜਾਂ ਉਹੀ ਟੈਸਟ ਦੇ ਵਿੱਚ ਆ ਜਾਂਦੀਆਂ ਨੇ, ਤੇ ਅਸੀਂ ਉਹਨੂੰ ਅਣਸੁਣਿਆ ਕਰਕੇ ਵੀ ਕੋਈ ਨਾ ਪੜ੍ਹ ਲਾਂਗੇ 4 ਦਿਨ ਪੇਪਰ ਤੋਂ। ਫਿਰ ਜਿਹੜੀ ਆਹ ਤੁਸੀਂ ਗੱਲ ਕੀਤੀ ਹੈ, ਮੈਨੂੰ ਵੀ ਬਹੁਤ ਅਫਸੋਸ ਵਾਲੀ ਗੱਲ ਆ, ਪਰ ਸਮਟਾਈਮਸ ਜਾਂ ਤਾਂ ਅਸੀਂ ਕੰਪਨੀ ਮਾੜੀ, ਸੰਗਤ ਮਾੜੀ ਦੀ ਗੱਲ ਕਰ ਲਈਏ, ਜਾਂ ਅਸੀਂ ਇਨੋਸੈਂਸੀ 'ਚ, ਜਾਂ ਅਸੀਂ ਅਣਗਹਿਲੀ ਦੇ ਵਿੱਚ ਮੁੜ ਕੇ ਉਸ ਦਲਦਲ 'ਚ ਫਸ ਜਾਂਦੇ ਆ, ਤੇ ਉਹ ਫਿਰ ਦਲਦਲ ਮਤਲਬ ਥੱਲੇ ਤੱਕ ਹੀ ਲੈ ਜਾਂਦੀ ਹੈ। ਸਮਟਾਈਮਸ ਡਰਾਊਨ ਹੋ ਜਾਂਦੇ, ਮਤਲਬ ਨਿਕਲਣਾ ਬਹੁਤ ਔਖਾ ਹੋ ਜਾਂਦਾ ਹੁੰਦਾ। ਸੋ ਅਗਰ ਕਿਸੇ ਨੂੰ ਵੀ ਇਸ ਤਰੀਕੇ ਦੀ ਕਿਸੇ ਇਨੀਸ਼ੀਅਲ ਸਟੇਜ ਦੇ ਉੱਤੇ, ਜਾਂ ਸਟੇਟਸ ਵੈਲਿਡ ਆ, ਜਾਂ ਹੁਣ ਮੇਰੇ ਕੋਲ ਇਹਨਾਂ ਦਿਨਾਂ 'ਚ ਕੁਝ ਬੱਚੇ ਆਏ ਵੀ ਨੇ, ਜਿਵੇਂ ਹੁਣ ਜੂਨ 'ਚ ਉਹਨਾਂ ਦਾ ਸਟੱਡੀ ਪਰਮਿਟ ਖਤਮ ਹੋ ਰਿਹਾ ਜੀ, ਪਰ ਫਿਰ ਵੀ ਉਹ ਕਲਾਸਾਂ ਨਹੀਂ ਲਾ ਸਕੇ, ਜਾਂ ਉਹ ਲਾਉਂਦੇ ਰਹੇ, ਉਹਨਾਂ ਦੇ ਸਰਕਮਸਟੈਂਸ ਜੇ ਨਹੀਂ ਅਲਾਉ ਕੀਤੇ। ਹੁਣ ਐਟਲੀਸਟ ਜੇ ਐਕਸਪਾਇਰ ਹੋਣ ਤੋਂ ਪਹਿਲਾਂ ਸਟੇਟਸ ਆਪਾਂ ਨੂੰ ਮਿਲ ਲਿਆ ਜਾਂਦਾ ਹੈਗਾ, ਤਾਂ ਆਪਾਂ ਉਹਨਾਂ ਦੀ ਕਿਸੇ ਨਾ ਕਿਸੇ ਕਾਲਜ ਦੇ ਵਿੱਚ ਕੋਈ ਨਾ ਕੋਈ ਐਡਮਿਸ਼ਨ ਕਰਵਾ ਕੇ, ਤਾਂ ਉਹਨਾਂ ਨੂੰ ਇੱਕ ਵਾਰੀ ਸਟੇਟਸ ਤੇ ਲੈ ਕੇ ਆਉਣਾ ਜ਼ਰੂਰੀ ਹੁੰਦਾ। ਇਫ ਵੀ ਹੈਵ ਲੋਸਟ ਦਾ ਸਟੇਟਸ, ਜਿਹੜੀਆਂ ਅਪਰਚੁਨਿਟੀਜ਼ ਹੁੰਦੀਆਂ ਨੇ, ਹਾਂ ਫਿਰ ਵੀ ਆਪਾਂ ਦੇਖ ਕੇ, ਜਿਵੇਂ ਹੁਣ ਤੁਸੀਂ ਕੇਸ ਟੂ ਕੇਸ ਡਿਸਕਸ ਕੀਤਾ, ਅਗਰ ਉਹ ਭੈਣ ਭਰਾ ਜਾਂ ਸਰੋਤਾ ਸੁਣਦਾ ਹੋਵੇ, ਤਾਂ ਡੈਫੀਨਿਟਲੀ ਇੱਕ ਵਾਰੀ ਮਿਲ ਕੇ ਆਪਣੇ ਨਾਲ ਅਗੇਨ, ਉਹਨਾਂ ਨੂੰ ਕੋਈ ਘਬਰਾਉਣ ਦੀ ਲੋੜ, ਪਤਾ ਨਹੀਂ ਕਿੰਨੇ ਮਲਟੀ ਮਿਲੀਅਨ ਲੱਗ ਜਾਣਗੇ ਜਾਂ ਕੀ ਹੋ ਜਾਊਗਾ, ਕੁਛ ਨਹੀਂ, ਜਸਟ ਆਪਣਾ ਸਿਚੁਏਸ਼ਨ ਦੱਸੋ। ਇਫ ਵੀ ਵਿਲ ਬੀ ਏਬਲ ਟੂ ਡੂ ਸਮਥਿੰਗ, ਹੈਲਪ ਕਰਨ ਜੋਗਰੇ ਹੋਵਾਂਗੇ ਤਾਂ ਡੈਫੀਨਿਟਲੀ ਕਰਾਂਗੇ। ਅਦਰਵਾਈਜ਼ ਉਹਨਾਂ ਵਾਸਤੇ ਕਿਹੜੇ ਹੋਰ ਡੋਰਸ ਓਪਨ ਨੇ, ਉਹ ਆਪਾਂ ਨੂੰ ਉਹਨੂੰ ਗਾਈਡ ਕਰ ਦਿੱਤਾ ਜਾਊਗਾ। ਅਦਰਵਾਈਜ਼ ਤਾਂ ਜਿਵੇਂ ਹੁਣ ਆਪਾਂ ਕਹਿ ਦਿੰਦੇ ਆ ਵੀ ਨਹੀਂ ਜੀ ਸਾਰੇ ਡੋਰ ਬੰਦ ਹੋ ਗਏ, ਸਮ ਪੀਪਲ ਦੇ ਥਿੰਕ ਵੀ ਹੁਣ ਤਾਂ ਅਸੀਂ, ਜਿਵੇਂ ਹੁਣ ਹੋ ਸਕਦਾ ਤੁਹਾਨੂੰ ਉਹਦੀ ਟਿਕਟ ਵਾਸਤੇ ਕਾਲ ਆਈ ਹੋਵੇ ਵੀ ਬੱਚੇ ਨੂੰ ਤੁਸੀਂ ਟਿਕਟ ਦੇ ਕੇ ਭੇਜ ਦਿਓ ਵਾਪਸ, ਹੁਣ ਇੱਥੇ ਚਲਾ, ਉਹ ਤਾਂ ਚਲੋ ਲਾਸਟ ਹਥਿਆਰ ਆ। ਸੋ ਦੇਰ ਆਰ ਸੋ ਮੈਨੀ ਅਦਰ ਆਪਸ਼ਨਸ ਵਿਚ ਵੀ ਕੈਨ ਡਿਸਕਸ। ਇੱਕ ਵਾਰੀ ਬੈਠ ਕੇ, ਜਾਂ ਮੈਨੂੰ ਟੈਲੀਫੋਨ ਤੇ ਗੱਲ ਕਰ ਲਵੇ ਅਗਲਾ, ਜੇ ਨਹੀਂ ਮਿਲਣਾ ਚਾਹੁੰਦਾ, ਜਾਂ ਟਾਈਮ ਨਹੀਂ, ਜਾਂ ਦੂਰ ਦਰਾਡੇ ਆ, ਤਾਂ ਡੈਫੀਨਿਟਲੀ ਮੈਂ ਉਹਨਾਂ ਨੂੰ ਜੋ ਵੀ ਸਿਨੈਰੀਓ ਹੋਊਗਾ ਸਮਝ ਕੇ ਉਹਨਾਂ ਨੂੰ ਪ੍ਰੋਪਰ ਗਾਈਡ ਕਰ ਦਿੱਤਾ ਜਾਊਗਾ। ਇਦਾਂ ਦੇ ਕੇਸ ਹੁੰਦੇ ਰਹਿੰਦੇ ਨੇ, ਹੋ ਜਾਂਦੇ ਨੇ ਲਾਈਫ 'ਚ, ਬਟ ਦੇਰ ਆਰ ਆਲਵੇਜ਼ ਸੋਲੂਸ਼ਨ ਆਫ ਕਿਸੇ ਵੀ ਬਿਮਾਰੀ ਦਾ ਹੱਲ ਹੀ ਕਹਿ ਸਕਦੇ ਆ ਆਪਾਂ, ਹੁੰਦਾ ਹੀ ਆ। ਇਟਸ ਨਾਟ ਵੀ ਹੁਣ ਐਂਡ ਆਫ ਦਾ ਵਰਲਡ ਹੋ ਗਿਆ ਵੀ ਜੇ ਹੁਣ ਨਹੀਂ ਹੋਈ ਤਾਂ ਦੁਨੀਆ ਖਤਮ ਆ। ਬੜੀਆਂ ਅਪਰਚੂਨਿਟੀਜ਼ ਹੁੰਦੀਆਂ ਨੇ, ਬਿਲਕੁਲ ਉਹਦੇ ਵਾਸਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ, 3 ਨੰਬਰਾਂ ਦੇ ਉੱਤੇ। ਬਿਲਕੁਲ ਜੀ। ਸੋ ਬਿਲਕੁਲ ਦੋਸਤੋ, ਕਈ ਵਾਰ ਇਸ ਤਰ੍ਹਾਂ ਦੀ ਮਿਸਟੇਕ ਹੋ ਜਾਂਦੀ ਹੈ, ਤੇ ਜ਼ਰੂਰ ਤੁਸੀਂ ਸਮਾਰਟ ਇੰਟਰਨੈਸ਼ਨਲ ਇਮੀਗ੍ਰੇਸ਼ਨ ਤੋਂ ਮਨਜੀਤ ਮਾਲ ਸਾਹਿਬ ਜਾਂ ਇਹਨਾਂ ਦੀ ਟੀਮ ਉੱਥੇ ਬੈਠੀ ਹੋਈ ਹੈ ਸਾਰੀ, ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਸੋ ਇਹ ਤਾਂ ਆਪਾਂ ਜਿਹੜੀ ਇੱਕ ਸਕਿੱਲ ਵਰਕਰ ਆ ਗਈ ਆ, ਠੀਕ ਹੈ ਜੀ, ਜਿਹੜੇ TR 2 PR ਜਿਹੜੇ ਇੰਡੀਆ ਤੋਂ ਕਿੰਨਾ ਕੁਛ ਹੀ ਤੁਸੀਂ ਨਾਮ ਲਿਆ ਹਨਾ। ਹਾਂਜੀ। ਸੋ ਮੈਨੂੰ ਨਹੀਂ ਕਈ ਵਾਰ ਪਤਾ ਲੱਗਦਾ, ਉਹ ਸਾਰਾ ਕਰ ਲਿਆ ਹਨਾ। ਹੁਣ ਆ ਜੋ ਕਿ ਇੱਥੇ ਜਦੋਂ ਫਿਰ ਬੰਦਾ ਪੱਕਾ ਹੋ ਜਾਂਦਾ, PR ਹੋ ਜਾਂਦਾ, ਉਹਦੇ ਨਾਲ ਰਿਲੇਟਡ ਕੋਈ ਤੁਸੀਂ ਐਡ ਕਰਨਾ ਚਾਹੁੰਦੇ ਹੋ ਕੁਝ? ਬਿਲਕੁਲ ਜੀ, ਜਦੋਂ ਹੁਣ ਆਪਾਂ ਪੱਕੇ ਹੁੰਨੇ ਆ, ਚਾਹੇ ਉਹ ਕਿਸੇ ਵੀ ਸਟਰੀਮ 'ਚ ਪੱਕੇ ਹੋ ਗਏ, ਪਹਿਲੀ ਇੱਛਾ ਤਾਂ ਇਹ ਹੁੰਦੀ ਆ ਵੀ ਮੈਂ ਆਪਣੇ ਪੇਰੈਂਟਸ ਨੂੰ ਬੁਲਾਵਾਂ। ਉਹਦੇ ਵਾਸਤੇ ਅਪਰਚੁਨਿਟੀ ਹੁੰਦੀ ਹੈ ਸੁਪਰਵਾਈਜ਼ਰ ਦੀ, ਜਿਹੜਾ ਕਿ 2011 ਤੋਂ ਲੈ ਕੇ 2022 ਆ ਗਿਆ। ਆਪਣਾ 100% ਸਕਸੈਸ ਰੇਟ ਆ, ਨੈਵਰ ਰਿਫਿਊਜ਼ਡ।
ਦੋ ਕੰਡੀਸ਼ਨਾਂ ਨੇ, ਇੱਕ ਤਾਂ ਪੇਰੈਂਟਸ ਦੀ ਹੈਲਥ ਠੀਕ ਹੋਣੀ ਚਾਹੀਦੀ ਹੈ, ਦੂਸਰੀ ਜਿਹੜਾ ਇੱਥੇ ਇੰਡੀਵਿਜੂਅਲ ਆ ਉਹਦੀ ਇੱਕ ਲੀਕੋ ਇਨਕਮ ਹੁੰਦੀ ਹੈ ਜਿਹੜੀ ਹਰ ਸਾਲ ਰਿਵਾਈਜ਼ ਹੁੰਦੀ ਹੈ, ਜੀ। ਉਸ ਮੁਤਾਬਕ ਡਿਪੈਂਡਿੰਗ ਅਪਨ ਦਾ ਫੈਮਿਲੀ ਸਾਈਜ਼ ਉਹ ਮੀਟ ਕਰਦਾ ਹੋਣਾ ਚਾਹੀਦਾ। ਤੋ ਅਗਲੀ ਇੱਛਾ ਹੁੰਦੀ ਹੈ ਅਗਲੇ ਦੀ ਵੀ ਹੁਣ ਵੀ ਮੈਂ ਸਪਾਊਸਲ ਕੈਟਾਗਰੀ 'ਚ ਜਾਣਾ, ਹੁਣ ਵੀ ਜੇ ਇੱਥੇ ਲੜਕਾ ਜਾਂ ਲੜਕੀ ਪੱਕਾ ਹੋਇਆ, ਹੁਣ ਉਹ ਨੈਕਸਟ ਸਟੈਪ ਹੈਗਾ ਉਹਦੀ ਫੈਮਿਲੀ ਮਤਲਬ ਵਧਾਉਣ ਦਾ, ਐਕਸਪੈਂਡ ਕਰਨ ਦਾ। ਇੱਕ ਤੋਂ ਦੋ ਹੁੰਦੇ ਨੇ ਅਗਲੇ, ਫਿਰ ਅਗਲੇ ਸਟੈਪ ਤੇ ਮਿਲ ਜਾਣਾ ਫੈਮਿਲੀ, ਮਤਲਬ ਇੱਥੇ ਲਾਈਫ ਇੱਥੋਂ ਸ਼ੁਰੂ ਹੁੰਦੀ ਆ। ਸੋ ਪੀਆਰ ਇੱਕ ਜਿਹੜੀ ਸਟੈਪ ਆ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਆਉਣ ਦਾ। ਉਸ ਤੋਂ ਬਾਅਦ ਦੇਰ ਆਰ ਸੋ ਮੈਨੀ ਥਿੰਗਸ ਟੂ ਡੂ। ਸਪਾਊਸ ਨੂੰ ਜਿਵੇਂ ਹੁਣ ਇਹਨਾਂ ਦਿਨਾਂ 'ਚ ਇੱਥੇ ਵੀ ਮੈਰਿਜਸ ਹੋ ਰਹੀਆਂ ਨੇ ਇਨਸਾਈਡ, ਕਿਸੇ ਨੇ ਸਪਾਊਸਲ ਕੈਟਾਗਰੀ ਦੇ ਬਾਰੇ ਸਮਝਣਾ ਜਾਂ ਤੁਸੀਂ ਵਰਕ ਪਰਮਿਟ ਤੇ ਹੋ, ਜੇ ਡਿਪੈਂਡੈਂਟ ਸਪਾਊਸ ਨੂੰ ਬੁਲਾਉਣਾ, ਇਹਨਾਂ ਦਿਨਾਂ 'ਚ ਹੁਣ ਕਾਫੀ ਸਕਸੈਸ ਹੋਣੇ ਸ਼ੁਰੂ ਹੋ ਗਏ ਨੇ। ਅੱਗੇ 7 ਸਾਲ ਨਹੀਂ ਸੀ ਐਪਲੀਕੇਸ਼ਨਾਂ ਤੇ ਡਿਸੀਜਨ ਹੁੰਦਾ, ਹੁਣ ਕਾਫੀ ਫਾਸਟ ਹੋ ਗਿਆ। ਉਹਦੇ ਵਾਸਤੇ ਕਿਸੇ ਨੇ ਸੰਪਰਕ ਕਰਨਾ ਤਾਂ ਵੀ ਤੁਸੀਂ ਸਾਡੇ ਸਮਾਰਟ ਇੰਟਰਨੈਸ਼ਨਲ ਇਮੀਗ੍ਰੇਸ਼ਨ ਦੇ ਆਫਿਸ ਕੰਟੈਕਟ ਕਰ ਸਕਦੇ ਹੋ। ਪੀਆਰ ਹੋ ਗਏ, ਹੁਣ ਸਿਟੀਜ਼ਨਸ਼ਿਪ ਦੀਆਂ ਵੀ ਐਪਲੀਕੇਸ਼ਨਾਂ ਆਪਾਂ ਲਾ ਰਹੇ ਹਾਂ ਇਹਨਾਂ ਦਿਨਾਂ ਦੇ ਵਿੱਚ, ਜਿਹੜੀਆਂ ਕਿ ਕਾਫੀ ਉਹ ਵੀ ਫਾਸਟ ਹੋਈਆਂ ਨੇ ਐਜ਼ ਕੰਪੇਅਰ ਟੂ ਪ੍ਰੀਵੀਅਸ, ਕਿਉਂਕਿ ਪਹਿਲਾਂ ਇਹਨਾਂ ਨੂੰ ਉਹਦੇ 'ਚ ਨੌਨ ਅਰਜੈਂਸੀ 'ਚ ਪਾਇਆ ਹੋਇਆ ਸੀ। ਤੀਸਰਾ ਸੀਗਾ ਇੱਕ, ਜਿਵੇਂ ਕਈ ਫੈਮਲੀਜ਼ ਨੇ ਮੈਰਿਜ ਵੀ ਹੋ ਗਈ, ਬੱਚੇ ਵੀ ਨੇ, ਉਹਨਾਂ ਨੇ ਨੈਨੀਜ਼ ਵੀ ਬੁਲਾਈਆਂ ਹੋਈਆਂ ਸੀਗੀਆਂ, ਬੜੀ ਦੇਰ ਤੋਂ ਐਪਲੀਕੇਸ਼ਨਸ ਕੀਤੀਆਂ ਹੋਈਆਂ ਸੀ 2019 ਤੋਂ ਲੈ ਕੇ 20 ਦੇ ਵਿਚਾਲੇ ਉਹਨਾਂ ਦੇ ਬਹੁਤਿਆਂ ਦੇ ਹੁਣ ਬਾਇਓਮੈਟ੍ਰਿਕਸ ਐਂਡ AOR ਵਗੈਰਾ ਇਸ਼ੂ ਹੋਣੇ ਸ਼ੁਰੂ ਹੋ ਗਏ ਨੇ। ਸੋ ਜੇ ਨਵੀਂ ਐਪਲੀਕੇਸ਼ਨ ਵੀ ਲਾਉਣੀ ਹੈ ਕਿਸੇ ਨੇ, ਉਹਦੀਆਂ ਤਿਆਰੀਆਂ ਕਰਨੀਆਂ ਨੇ, ਕਿੰਨੀ ਰਿਕੁਆਇਰਮੈਂਟ ਆ, ਕਿਹੜੇ ਹੁਣ ਖੁੱਲੇ ਨੇ। ਜਿਵੇਂ ਹੁਣ ਇਹ 'ਚ ਹੁੰਦਾ ਸੀ ਇੱਕ ਚਾਈਲਡ ਕੇਅਰ ਵਾਸਤੇ ਨੈਨੀ ਬੁਲਾਉਣੀ, ਕੇਅਰ ਗਿਵਰ ਬੁਲਾਉਣਾ, ਇੱਕ 올ਡ ਏਜ ਪਰਸਨ ਵਾਸਤੇ ਬੁਲਾਉਣਾ। ਚਾਈਲਡ ਕੇਅਰ ਵਾਲੀ ਆਪਣੀ ਜਦੋਂ ਸ਼ੁਰੂ ਖੁੱਲੀ ਅਸੀਂ, ਉਹਦਾ ਕੋਟਾ ਸੀ ਇੱਕ, ਉਹ ਬੰਦ ਹੋ ਗਿਆ ਸੀ, ਤੇ ਦੂਸਰਾ ਹੁਣ 올ਡ ਏਜ ਵਾਲਾ ਸਟਿਲ ਖੁੱਲਾ ਹੈਗਾ। ਵੀ 올ਡ ਏਜ ਦਾ ਮਤਲਬ ਕਿਸੇ ਵੀ ਬਜ਼ੁਰਗ ਵਾਸਤੇ ਕੇਅਰ ਗਿਵਰ ਨੂੰ ਬੁਲਾਉਣਾ, ਉਹਦੇ ਵਾਸਤੇ ਦੋਨੇ ਹੀ ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇ। ਕੇਅਰ ਗਿਵਰ ਦੀ ਜਿਹੜੀ ਐਪਲੀਕੈਂਟ ਦੀ ਐਲੀਜੀਬਿਲਿਟੀ ਆ ਉਹ ਮੀਟ ਕਰਨੀ ਚਾਹੀਦੀ ਆ, ਦੂਸਰਾ 올ਡ ਏਜ ਪਰਸਨ ਵਾਸਤੇ ਆਪਾਂ ਜਿਹਦੇ ਵਾਸਤੇ ਬਣਾਉਣਾ ਉਹਨਾਂ ਦਾ ਇੱਕ ਸਰਟਨ ਇਨਕਮ ਕ੍ਰਾਈਟੇਰੀਆ ਹੁੰਦਾ, ਡਾਕਟਰ ਦਾ ਨੋਟ ਲਿਖਿਆ ਹੋਵੇ ਵੀ ਹਾਂਜੀ ਇਹਨਾਂ ਨੂੰ ਹੈਲਪ ਦੀ ਲੋੜ ਹੈਗੀ ਆ। ਸੋ ਪਲੱਸ ਜਿਵੇਂ ਕਿਸੇ ਨੇ ਵੀ ਕੋਈ ਇਹਨਾਂ ਦਿਨਾਂ 'ਚ ਹੁਣ ਕਨਵੋਕੇਸ਼ਨ ਸਪੈਸ਼ਲੀ ਆ ਰਹੀਆਂ ਨੇ, ਬੜੇ ਲੋਕਾਂ ਦੇ ਫੋਨ ਆਏ ਨੇ ਵੀ ਸਾਡੀਆਂ ਜੂਨ ਜੁਲਾਈ 'ਚ ਅੱਗੇ ਕਨਵੋਕੇਸ਼ਨ ਨੇ, ਨਵੰਬਰ 'ਚ ਵੀ ਕਨਵੋਕੇਸ਼ਨ ਨੇ, ਕਿਉਂਕਿ ਪਹਿਲਾਂ ਇਵੈਂਟ ਬੰਦ ਹੋ ਗਏ ਸੀ। ਇਹ ਪਹਿਲਾ ਸਾਲ ਆ 2019 ਤੋਂ ਬਾਅਦ 2020 'ਚ ਨਹੀਂ ਕੋਈ ਕਨਵੋਕੇਸ਼ਨ ਹੋਈ ਸੀ, 2021 'ਚ ਨਹੀਂ ਸੀ ਹੋਈ, ਇਸ ਵਾਰ ਹੋ ਰਹੀਆਂ ਨੇ। ਬਹੁਤ ਹੀ ਲੋਕਾਂ ਦੇ ਵਿੱਚ ਉਤਸ਼ਾਹ ਹੈਗਾ, ਪੇਰੈਂਟਸ ਨੂੰ, ਗ੍ਰੈਂਡ ਪੇਰੈਂਟਸ ਨੂੰ, ਭੈਣਾਂ ਭਰਾਵਾਂ ਨੂੰ, ਦੂਰੋਂ ਦਰਾਡਿਓਂ, ਕਿਉਂਕਿ ਦਿਸ ਇਜ਼ ਦਾ ਵਨ ਆਫ ਦਾ ਮੇਨ ਅਪਰਚੁਨਿਟੀ। ਜਦੋਂ ਆਪਾਂ ਸਟੱਡੀ ਕਰਕੇ ਹਟਦੇ ਹਾਂ, ਬੜਾ ਆਪਣੇ ਆਪ ਨੂੰ ਵੀ ਪ੍ਰਾਊਡ ਹੁੰਦਾ, ਜਿਹੜੇ ਆਪਣੇ ਫੈਮਿਲੀ ਮੈਂਬਰ ਹੁੰਦੇ ਨੇ, ਚਾਹੇ ਪੇਰੈਂਟਸ ਨੇ, ਬ੍ਰਦਰ ਸਿਸਟਰ ਨੇ, ਭੈਣ ਭਰਾ ਨੇ, ਉਹਨਾਂ ਨੂੰ ਵੀ ਬਹੁਤ ਪ੍ਰਾਊਡ ਹੁੰਦਾ। ਉਹ ਦੇਖਣ ਲਈ ਤੇ ਕਨਵੋਕੇਸ਼ਨ ਆਪਣੀ ਕਰਵਾਉਣ ਵਾਸਤੇ ਐਂਡ ਉਹਨਾਂ ਨੂੰ ਬੁਲਾਉਣ ਵਾਸਤੇ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਇਹਦੇ ਲਈ ਵੀ ਸਮਾਰਟ ਇੰਟਰਨੈਸ਼ਨਲ ਇਮੀਗ੍ਰੇਸ਼ਨ ਦਾ ਨਾਮ ਰੱਖਣ ਯਾਦ, SIIScanada.com, ਨੰਬਰ 9057959999, ਦੂਸਰਾ ਨੰਬਰ ਸਕਰੀਨ ਤੇ ਵੀ ਆ ਰਿਹਾ। ਅਪਾਇੰਟਮੈਂਟ ਬੁੱਕ ਕਰਾਉਣ ਵਾਸਤੇ ਐਕਸਟੈਂਸ਼ਨ ਨੰਬਰ 101 ਬਰਾੜ ਸਾਹਿਬ ਜੀ। ਥੈਂਕ ਯੂ ਵੈਰੀ ਮੱਚ ਹਲ ਸਾਹਿਬ, ਤੁਸੀਂ ਸਟੂਡੀਓ ਵਿੱਚ ਆਏ। ਅਗਲੇ ਵੀਕ ਫਿਰ ਆਪਾਂ ਕੋਈ ਹੋਰ ਗੁੱਡ ਨਿਊਜ਼, ਕਿਉਂਕਿ ਗੋਡੀ ਚਾਹੀਦੀਆਂ ਜੀ ਇਮੀਗ੍ਰੇਸ਼ਨ ਦੇ ਰਿਲੇਟਡ, ਉਹ ਗੱਲਬਾਤ ਕਰਾਂਗੇ। ਬਹੁਤ ਧੰਨਵਾਦ ਜੀ, ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਸੋ ਦੋਸਤੋ, ਇਹ ਸੀ ਇਮੀਗ੍ਰੇਸ਼ਨ ਦੇ ਟਿਪਸ। ਮਲ ਸਾਹਿਬ ਹਰ ਬੁੱਧਵਾਰ ਨੂੰ ਸਟੂਡੀਓ ਵਿੱਚ ਆਉਂਦੇ ਹੁੰਦੇ ਆ। ਸੋ ਕੀ ਕੁਝ ਬਦਲਾਅ ਆ ਰਿਹਾ ਤੇ ਜ਼ਰੂਰ ਤੁਸੀਂ ਗੱਲਬਾਤ ਕਰ ਲਿਆ ਕਰੋ। ਔਰ ਹਮੇਸ਼ਾ ਬੇਸ਼ੱਕ ਕਈ ਵਾਰ ਸਾਨੂੰ ਲੱਗਦਾ ਕਿ ਅਸੀਂ ਖੁਦ ਐਪਲੀਕੇਸ਼ਨ ਕਰ ਸਕਦੇ ਹੋ, ਜੇ ਤੁਸੀਂ ਕਰ ਸਕਦੇ ਹੋ ਕੋਈ ਗੱਲ ਨਹੀਂ। ਸੋ ਐਡਵਾਈਸ ਇੱਕ ਵਾਰੀ ਲੈ ਲਓ, ਐਡਵਾਈਸ ਬਿਲਕੁਲ ਫ੍ਰੀ ਹੈਗੀ ਆ। ਸੋ ਤੁਸੀਂ ਇਹਨਾਂ ਨੂੰ ਜਾ ਕੇ ਮਿਲੋਗੇ, ਕੀ ਹੋ ਸਕਦਾ ਤੁਹਾਨੂੰ ਐਡਵਾਈਸ ਕਰਨਗੇ ਨਾ ਟੀਮ। 3 ਆਫਿਸ ਹੈਗੇ ਆ, ਕਿਸੇ ਵੀ ਆਫਿਸ ਨਾਲ ਗੱਲਬਾਤ ਤੁਸੀਂ ਕਰਨੀ ਹੈ। ਸਕਰੀਨ ਤੇ ਨੰਬਰ ਸਮਾਰਟ ਇੰਟਰਨੈਸ਼ਨਲ ਇਮੀਗ੍ਰੇਸ਼ਨ ਦੇ ਆ ਰਹੇ ਆ। ਜੇ ਨਹੀਂ ਕੋਈ ਨੰਬਰ, ਮੇਰਾ ਸਕਰੀਨ ਤੇ ਨੰਬਰ ਆ ਰਿਹਾ, ਤੁਸੀਂ ਮੇਰੇ ਕੋਲੋਂ ਜਾਂ ਸਾਡੀ ਪੰਜਾਬ ਦੇ ਸਟੂਡੀਓ ਤੇ ਤੁਸੀਂ ਕਾਲ ਕਰਕੇ ਇੱਥੋਂ ਵੀ ਮਨਜੀਤ ਮਾਲ ਸਾਹਿਬ ਦਾ ਨੰਬਰ ਲੈ ਸਕਦੇ ਹੋ। ਪ੍ਰੋਗਰਾਮ ਦੇਖਣ ਲਈ, ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ ਜੀ। ਲੰਮਿਆਂ ਰੂਟਾਂ ਤੇ ਟਰੱਕਿੰਗ ਦੇ